देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। सानू सौदा नहीं पुगदा है, सानू सौदा नहीं पुगदा, रावी तो चना पुछदा की हाल है सत लुझदा है, की हाल है सत लुझदा। ਪੈਂਡੇ ਦੂਰ ਪਿਸ਼ੌਰਾਂ ਦੇ ਓਏ ਪੈਂਡੇ ਦੂਰ ਪਿਸ਼ੌਰਾਂ ਦੇ। ਜੇ ਮਿਊਜ਼ਿਕ ਕਲਚਰ ਦੀ ਗੱਲ ਕਰੀਏ, ਤੁਸੀਂ ਗੁਰਦਾਸ ਮਾਨ ਜੀ ਦੀ ਗੱਲ ਕੀਤੀ, ਉਹਨਾਂ ਦੇ ਟਾਈਮ ਦਾ ਮਿਊਜ਼ਿਕ ਡਿਫਰੈਂਟ ਸੀ ਔਰ ਅੱਜ ਦਾ ਮਿਊਜ਼ਿਕ ਬਹੁਤ ਡਿਫਰੈਂਟ ਹੈ ਜੀ। ਸੋ ਤੁਹਾਡੀ ਲਾਈਕਿੰਗ ਕਿਸ ਮਿਊਜ਼ਿਕ ਵੱਲ ਹੈ? ਅੱਜ ਦੀ ਦੌਰ ਦੀ ਜਿਹੜੀ ਗਾਣੇ ਹੈਗੇ ਜਿਹੜੇ ਆਪਾਂ ਸੁਣਦੇ ਹਾਂ, ਮਤਲਬ ਆਈ ਪਰਸਨਲੀ ਮੈਂ ਇਦਾਂ ਦੇ ਗਾਣੇ ਨਹੀਂ ਗਾਉਂਦਾ ਜਿੱਦਾਂ ਹਥਿਆਰਾਂ ਵਾਲੇ ਹੋ ਗਏ ਨਾ, ਬਟ ਜਿਹੜੇ ਗਾਉਂਦੇ ਆਈ ਡੋਨਟ ਸੇ ਐਨੀਥਿੰਗ ਟੂ them, ਉਹ ਉਹਨਾਂ ਦੀ ਚੋਇਸਿਸ ਹੈ। But otherwise, I like to promote love songs, soft singing. But then again, sound ਅੱਜ ਦੀ ਡੇਟ 'ਚ ਬਹੁਤ ਮੈਟਰ ਕਰਦਾ। ਜਿੱਦਾਂ ਅਸੀਂ ਬਾਦਸ਼ਾਹ ਦੇ, ਹਨੀ ਸਿੰਘ ਦੇ ਗਾਣੇ ਸੁਣਦੇ ਹਾਂ, ਉਹਨਾਂ ਦੀ ਯੂਨੀਕਨੈਸ ਹੁੰਦੀ ਹੈ, ਉਹਨਾਂ ਦਾ ਸਾਊਂਡ ਹੁੰਦਾ ਹੈ। ਦੇयर ਇਜ਼ ਵਨ ਸਾਊਂਡ ਦੈਟ ਦੇ ਫੋਲੋ, ਤੇ ਉਸ ਚੀਜ਼ ਨੂੰ ਉਹ ਲੈ ਕੇ ਚੱਲਦੇ। ਵਾਲਾਂ ਦੀਆਂ ਮਿੱਡੀਆਂ ਬਣਾਉਣ ਲੱਗ ਪਈ, ਇੰਗਲੈਂਡੀਆਂ ਤੇ ਪਰਚੇ ਕਰਾਉਣ ਲੱਗ ਪਈ, ਲੱਗੇ ਜਿਵੇਂ ਕਾਪਸ ਦੀ ਕਰੇ ਨੌਕਰੀ, ਜੇਲੀ ਡੱਕ ਤੇ ਹੁਸਨ ਸਰਕਾਰੇ। ਤੂੰ ਗੱਭਰੂ ਜੋਗੀ ਕਰਤੇ ਨੀ, ਲੰਡਨ ਦੀ ਏ 6 ਫੁੱਟੀ ਏ ਮਟਿਆਰੇ, ਤੂੰ ਗੱਭਰੂ ਜੋਗੀ ਕਰਤੇ ਨੀ, ਲੰਡਨ ਦੀ ਏ 6 ਫੁੱਟੀ ਏ ਮਟਿਆਰੇ। ਮੰਨਦੇ ਹੋ ਕਿ ਇਸ ਅੰਦੋਲਨ ਨੇ ਪੂਰੇ ਪੰਜਾਬ ਨੂੰ ਇਕੱਠਾ ਕਰਤਾ, ਜਿੱਥੇ ਸਿੰਗਰਸ ਦੀ ਲੜਾਈ ਚੱਲ ਰਹੀ ਸੀ ਉਹ ਸਿੰਗਰਸ ਤੱਕ ਇਕੱਠੇ ਹੋ ਗਏ, ਇੱਕੋ ਸਟੇਜ ਸ਼ੇਅਰ ਕਰ ਰਹੇ ਨੇ। ਇਸ ਅੰਦੋਲਨ ਨੇ ਪੂਰਾ ਆਈ ਵੁੱਡ ਸੇ ਪੰਜਾਬ ਨਹੀਂ ਪੂਰਾ ਦੇਸ਼ ਇਕੱਠਾ ਕਰਤਾ। ਤੁਸੀਂ ਦੇਖੋ ਤਾਮਿਲਨਾਡੂ, ਯੂਪੀ, ਬਿਹਾਰ, ਐਮਪੀ, ਮੈਂ ਕਹਿੰਦਾ ਆਲਮੋਸਟ ਸਾਰਾ ਇੰਡੀਆ ਜਿੱਥੇ ਵੀ ਖੇਤੀਬਾੜੀ ਹੁੰਦੀ ਹੈ, ਅੱਜ ਉਹ ਸਾਰਾ ਇਕਜੁੱਟ ਹੋ ਕੇ ਦਿੱਲੀ 'ਚ ਬੈਠਾ। ਚੜ ਕੇ ਆ ਗਿਆ ਤੇਰੇ ਵੱਲ ਨੂੰ ਪੁੱਤ ਕਿਸਾਨ ਦਾ, ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਚੜ ਕੇ ਆ ਗਿਆ ਤੇਰੇ ਵੱਲ ਨੂੰ ਪੁੱਤ ਕਿਸਾਨ ਦਾ, ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ, ਹੁਣ ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਕੁਝ ਐਂਟੀ ਸੋਸ਼ਲ ਐਲੀਮੈਂਟਸ ਇਸ ਨੂੰ ਖਰਾਬ ਕਰਨ ਤੇ ਲੱਗੇ ਹੋਏ ਨੇ ਜੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਨਾਂ ਨੂੰ ਇੱਕ ਮੌਕਾ ਲੱਭ ਪਿਆ ਕਿ ਸਾਨੂੰ ਪਬਲਿਸਿਟੀ ਮਿਲੇ, ਕਿ ਅਸੀਂ ਵੀ ਲਾਈਮਲਾਈਟ ਚਾਹੀਏ। ਸੋ ਉਹ ਵੀ ਵਿੱਚੋਂ ਥੈਂਕਫੁਲ ਹੋਣੇ ਕਿ ਪ੍ਰੋਟੈਸਟ ਹੋਏ, ਕਿ ਸਾਡੀ ਵੀ ਸੁਣੀ ਗਈ, ਭਾਵੇਂ ਉਹ ਗਲਤ ਕਹਿ ਰਹੇ ਹੈ, ਰਾਈਟ। ਸੋ ਆਈ ਵੁੱਡ ਜਸਟ ਸੇ ਕਿ ਦੇਰ ਇਜ਼ ਵੇਸਟਿੰਗ ਦੇਅਰ ਟਾਈਮ। ਬਾਕੀ ਜੋ ਸੱਚਾਈ ਹੈ ਉਹ ਜਨਤਾ ਦੇ ਮੂਹਰੇ ਆ ਹੀ ਜਾਂਦੀ ਹੈ। ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰੀਏ ਜੀ, ਜੇ ਤਾਂ ਸਿੰਗਰ ਉੱਥੇ ਜਾ ਰਿਹਾ ਹੈ ਜੀ, ਤਾਂ ਕਿਹਾ ਜਾਂਦਾ ਹੈ ਕਿ ਇਹ ਪਬਲਿਸਿਟੀ ਭਾਲ ਰਿਹਾ, ਆਪਣੀ ਪ੍ਰਮੋਸ਼ਨ ਕਰ ਰਿਹਾ, ਪਰ ਜੇ ਸਿੰਗਰ ਉੱਥੇ ਨਹੀਂ ਪਹੁੰਚਦਾ ਕੋਈ, ਕਿਹਾ ਜਾਂਦਾ ਹੈ ਕਿ ਗਾਣਿਆਂ ਵਿੱਚ ਤਾਂ ਬਹੁਤ ਛੇਤੀ ਜ਼ਿਕਰ ਹੁੰਦਾ ਕਿਸਾਨਾਂ ਦਾ, ਖੇਤਾਂ ਦਾ, ਪਰ ਉੱਥੇ ਅੰਦੋਲਨ ਦਾ ਹਿੱਸਾ ਨਹੀਂ ਬਣ ਰਹੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਦੋ ਡਿਫਰੈਂਟ ਓਪੀਨੀਅਨ ਇਸ ਟਾਈਮ ਤੇ ਚੱਲ ਰਹੇ ਨੇ? ਕਿਤੇ ਨਾ ਕਿਤੇ ਕਿਸੇ ਤਰ੍ਹਾਂ ਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ। ਉੱਥੇ ਜਿਹੜੇ ਈਵਨ ਜਿਹੜੇ ਉੱਥੇ ਮੇਨ ਉਹਨਾਂ ਦੇ ਹੈਗੇ ਕਿਸਾਨਾਂ ਦੇ, ਉਹ ਵੀ ਇਹੀ ਕਹਿੰਦੇ ਕਿ ਚਲੋ ਤੁਸੀਂ ਅਗਰ ਨਹੀਂ ਵੀ ਉੱਥੇ ਪਹੁੰਚ ਪਾਉਂਦੇ ਫॉर ਸਮ ਰੀਜ਼ਨ, ਤੁਸੀਂ ਕੁਛ ਨਾ ਕੁਛ ਕਰੋ ਜਿੱਥੇ ਉਹਨਾਂ ਦਾ ਯੋਗਦਾਨ ਪਵੇ। ਜਿੱਦਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ, ਹੈਸ਼ਟੈਗ ਚਲਾ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ, ਤੇ ਅੱਜ ਸਾਡੇ ਸਟੂਡੀਓ ਮੌਜੂਦ ਹੈ ਸਾਡੇ ਨਾਲ ਖਾਸ ਗੱਲਬਾਤ ਕਰਨ ਲਈ ਪੰਜਾਬੀ ਸਿੰਗਰ UVO। UV, ਤੁਹਾਡਾ ਵੈਲਕਮ ਹੈ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ ਸੋ ਮਚ ਜੀ, ਆਮ ਰੀਅਲੀ ਗ੍ਰੇਟਫੁਲ ਟੂ ਦੈਨਿਕ ਸਵੇਰਾ ਟੀਵੀ ਫॉर ਹੈਵਿੰਗ ਮੀ ਹੇਅਰ, ਐਂਡ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਸਾਰੇ ਵਿਊਅਰਸ ਨੂੰ। UV, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਿੰਗਿੰਗ ਲਾਈਨ 'ਚ ਤੁਹਾਡੀ ਸ਼ੁਰੂਆਤ ਕਿਵੇਂ ਹੋਈ? ਸੋ ਬੇਸਿਕਲੀ ਸਿੰਗਿੰਗ ਲਾਈਨ ਦੇ ਵਿੱਚ ਆਈ ਸਟਾਰਟਡ ਬੈਕ ਇਨ 2016। ਓਕੇ। 2016 ਦੇ ਵਿੱਚ ਮੇਰੀ ਸ਼ੁਰੂਆਤ ਹੋਈ, ਜਿੱਥੇ ਮੈਂ ਤਾਲੀਮ ਲੈਣੀ ਸ਼ੁਰੂ ਕੀਤੀ, ਜਿੱਥੇ ਮੈਨੂੰ ਇੰਟਰਸਟ ਜਾਗਿਆ ਮਿਊਜ਼ਿਕ ਦੇ ਵਿੱਚ ਕਿ ਕੁਝ ਕਰ ਸਕਦੇ ਹਾਂ। ਐਕਚੁਅਲੀ ਦਿਸ ਇਜ਼ ਨਾਟ ਓਨਲੀ ਮਾਈ ਕਰੀਅਰ ਦੈਟ ਆਈ ਚੋਜ਼, ਐਕਚੁਅਲੀ ਮੈਨੂੰ ਮਿਲਿਆ ਮੇਰੀ ਮਮ ਤੋਂ। ਓਕੇ। ਹਾਂਜੀ, ਬਿਕਾਜ਼ ਉਹ ਆਪਣੇ ਕਾਲਜ ਟਾਈਮ ਤੇ ਸਿੰਗਰ ਸੀਗੇ, ਯੂਥ ਫੈਸਟੀਵਲਸ ਵਗੈਰਾ ਤੇ ਪਰਫਾਰਮ ਕਰਦੇ ਸੀ, ਬਟ ਡਿਊ ਟੂ ਦ ਰਿਸਟ੍ਰਿਕਸ਼ਨਸ ਉਹਨਾਂ ਟਾਈਮਾਂ ਦੇ ਵਿੱਚ ਉਹ ਨਹੀਂ ਕੰਟੀਨਿਊ ਕਰ ਪਾਏ। ਬਟ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਕੋਲ ਆਵਾਜ਼ ਹੈਗੀ, ਮੈਂ ਗਾ ਸਕਦਾ, ਤੇ ਉਹਨਾਂ ਨੇ ਮੈਨੂੰ
ਹੈਲਪ ਕੀਤੀ ਤਾਲੀਮ ਲੈਣ ਦੇ ਵਿੱਚ, ਮੈਨੂੰ ਮੋਟੀਵੇਟ ਕੀਤਾ ਕਿ ਮੈਂ ਕਰ ਸਕਦਾ। ਸੋ ਹਾਂਜੀ। ਤਾਂ ਕਦੀ ਸਕੂਲ ਲਾਈਫ ਦੇ ਵਿੱਚ ਪਰਫਾਰਮੈਂਸ ਕੀਤੀ ਹੈ, ਸਟੇਜ ਪਰਫਾਰਮੈਂਸ ਕੀਤੀਆਂ? ਸਿੰਗਿੰਗ ਦੇ ਵਿੱਚ ਐਕਚੁਅਲੀ ਨਹੀਂ, ਸਕੂਲ ਲਾਈਫ ਦੇ ਵਿੱਚ ਪਰਫਾਰਮੈਂਸ ਨਹੀਂ ਹੋਈ। ਸਿੰਗਿੰਗ ਦੇ ਵਿੱਚ ਉੱਦਾਂ ਜਿਹੜੇ ਸਟੇਜ ਸ਼ੋਜ਼ ਹੁੰਦੇ, ਤੁਹਾਡੇ ਐਨੂਅਲ ਫੰਕਸ਼ਨਸ ਵਗੈਰਾ ਹੁੰਦੇ, ਹਾਂਜੀ ਉੱਥੇ ਪਰਫਾਰਮ ਜ਼ਰੂਰ ਕੀਤਾ। ਬਟ ਸਿੰਗਿੰਗ ਦੇ ਵਿੱਚ ਪਰਫਾਰਮੈਂਸ ਇੱਦਾਂ ਹੁੰਦੀ ਸੀ, ਕੋਈ ਫੈਮਿਲੀ ਗੈਟ ਟੂਗੇਦਰ, ਕੋਈ ਫੈਮਿਲੀ ਫੰਕਸ਼ਨ, ਜਿੱਥੋਂ ਕਹਿ ਲਓ ਕਿ ਸ਼ੁਰੂਆਤ ਹੋਈ, ਜਿੱਥੋਂ ਪਤਾ ਲੱਗਾ ਕਿ ਨਹੀਂ ਕਰ ਸਕਦਾ, ਉੱਥੋਂ ਮਤਲਬ ਐਪਰੀਸੀਏਸ਼ਨ ਮਿਲਣੀ ਸ਼ੁਰੂ ਹੋਈ, ਦੈਨ ਸੋ ਔਨ। ਸੋ ਤੁਸੀਂ ਉਦੋਂ ਡਿਸਾਈਡ ਕੀਤਾ ਕਿ ਇਹਨੂੰ ਮੈਂ ਕਰੀਅਰ ਬਣਾਉਣਾ, ਸਿੰਗਿੰਗ ਨੂੰ ਆਪਣਾ ਕਰੀਅਰ? ਹਾਂਜੀ। ਸੋ ਕੋਈ ਤੁਹਾਨੂੰ ਮੈਮਰੀ ਯਾਦ ਹੈ ਜਾਂ ਕੋਈ ਗਾਣਾ ਯਾਦ ਹੈ ਜਿਹੜਾ ਫਸਟ ਟਾਈਮ ਤੁਸੀਂ ਗਾਇਆ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਐਪਰੀਸੀਏਸ਼ਨ ਮਿਲੀ, ਜਦੋਂ ਤੁਹਾਨੂੰ ਲੱਗਾ ਕਿ ਯੈਸ ਆਈ ਸ਼ੁੱਡ ਗੋ ਫॉर ਸਿੰਗਿੰਗ? ਐਕਚੁਅਲੀ ਹੁਣ ਤਾਂ ਬਹੁਤ ਜ਼ਿਆਦਾ ਗਾਣੇ ਹੋ ਚੁੱਕੇ ਆ ਜਿਹੜੇ ਗਾਏ ਆ, ਬਟ ਤੁਹਾਡਾ ਉਸ ਟਾਈਮ ਦਾ ਫੇਵਰਿਟ ਗਾਣਾ ਕੋਈ ਜੋ ਤੁਹਾਨੂੰ ਉਦੋਂ ਲੱਗਦਾ ਸੀ ਕਿ ਹਾਂ ਇਹ ਮੈਨੂੰ ਗਾਣਾ ਚਾਹੀਦਾ? not that I can recall. ਓਕੇ, ਕਾਲਜ ਟਾਈਮ ਦੀ ਕੋਈ ਪਰਫਾਰਮੈਂਸ ਤੁਹਾਨੂੰ ਯਾਦ ਹੋਵੇ? ਐਕਚੁਅਲੀ ਕਾਲਜ ਟਾਈਮ ਦੇ ਵਿੱਚ ਮੈਂ ਕਾਲਜ ਦੇ ਅੰਦਰ ਨਹੀਂ ਇੰਨਾ ਪਰਫਾਰਮ ਕਰ ਪਾਇਆ, ਜਿੱਦਾਂ ਫੈਸਟੀਵਲਸ ਵਗੈਰਾ ਹੁੰਦੇ, ਪਾਰਟਿਸਿਪੇਟਿੰਗ, ਥੋੜਾ ਸ਼ਾਈਨੈਸ ਵੀ ਸੀਗੀ ਉਦੋਂ, ਹਾਲੇ ਸਿੱਖ ਵੀ ਰਹੇ ਸੀਗੇ। ਹਾਂਜੀ, ਬਟ ਜਿੱਦਾਂ ਕਾਲਜ ਖਤਮ ਹੋਇਆ ਤੇ ਉਸ ਤੋਂ ਬਾਅਦ ਹਾਂਜੀ ਪਰਫਾਰਮ। ਕੋਈ ਫੇਵਰਿਟ ਗਾਣਾ ਤੁਹਾਡਾ ਜਿਹੜਾ ਤੁਹਾਨੂੰ ਯਾਦ ਹੋਵੇ? ਫੇਵਰਿਟ ਜਾਂ ਗਾਣਾ ਕਿਹਨੂੰ ਤੁਸੀਂ ਆਪਣੀ ਇਨਸਪੀਰੇਸ਼ਨ ਮੰਨਦੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ? ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਦੋ ਲੋਕਾਂ ਨੂੰ ਆਪਣੀ ਇੰਸਪੀਰੇਸ਼ਨ ਮੰਨਦਾ। ਇੱਕ ਤਾਂ ਸਾਡੇ ਇੰਡਸਟਰੀ ਦੇ ਲੈਜੈਂਡ ਗੁਰਦਾਸ ਮਾਨ ਸਾਹਿਬ ਤੇ ਦੂਸਰੇ ਦਿਲਜੀਤ ਦੋਸਾਂਝ ਜੀ। ਹਾਂਜੀ। ਸੋ ਉਹਨਾਂ ਦਾ ਕੋਈ ਗਾਣਾ ਹੋ ਜਾਏ? ਐਕਚੁਅਲੀ ਉਹਨਾਂ ਦਾ ਇੱਕ ਡਿਊਟ ਸੌਂਗ ਹੈ ਕੀ ਬਣੂ ਦੁਨੀਆ ਦਾ, ਉਹਦੀਆਂ ਦੋ ਲਾਈਨਾਂ ਜੀ। ਸਾਨੂੰ ਸੌਦਾ ਨਹੀਂ ਪੁੱਗਦਾ, ਹਾਏ ਸਾਨੂੰ ਸੌਦਾ ਨਹੀਂ ਪੁੱਗਦਾ, ਰਾਵੀ ਤੋਂ ਚਨਾ ਪੁੱਛਦਾ ਕੀ ਹਾਲ ਐ ਸੱਤ ਲੁੱਝਦਾ, ਹਾਏ ਕੀ ਹਾਲ ਐ ਸੱਤ ਲੁੱਝਦਾ, ਪੈਂਡੇ ਦੂਰ ਪਿਸ਼ੌਰਾਂ ਦੇ ਓਏ ਪੈਂਡੇ ਦੂਰ ਪਿਸ਼ੌਰਾਂ ਦੇ, ਪੈਂਡੇ ਦੂਰ ਪਿਸ਼ੌਰਾਂ ਦੇ ਓਏ ਪੈਂਡੇ ਦੂਰ ਪਿਸ਼ੌਰਾਂ ਦੇ। ਵੈਰੀ ਨਾਈਸ, ਵੈਰੀ ਨਾਈਸ। ਥੈਂਕ ਯੂ। ਅਸੀਂ ਦੇਖਿਆ ਤੁਸੀਂ ਕਵਰ ਸੌਂਗਸ ਵੀ ਕਾਫੀ ਗਾਏ ਹੋਏ ਨੇ, ਦਿਲਜੀਤ ਦਾ ਵੀ ਗਾਇਆ ਤੁਸੀਂ, ਪੀੜ ਸੌਂਗ, ਔਰ ਜਾਨੀ ਬੀ ਪ੍ਰਾਕ ਦੇ ਗਾਣੇ ਵੀ ਗਾਏ ਹੋਏ ਆ। ਉਹਨਾਂ ਦਾ ਕੋਈ ਫੇਵਰਿਟ ਗਾਣਾ ਹੋ ਜਾਏ? ਐਕਚੁਅਲੀ ਢੋਲਣਾ ਮੇਰੇ ਦਿਲ ਦੇ ਬਹੁਤ ਕਰੀਬ ਆ, ਕਿਉਂਕਿ ਉਹ ਉਹਨਾਂ ਟਾਈਮਸ ਦੇ ਵਿੱਚ ਗਾਇਆ ਗਿਆ ਸੀਗਾ ਕਿ ਜਦੋਂ ਲੋਕਡਾਊਨ ਇੱਕ ਆਪਣੇ ਪੀਕ ਤੇ ਸੀਗਾ, ਤੇ ਉਦੋਂ ਮੈਂ ਡਿਸਾਈਡ ਕੀਤਾ ਕਿ ਇੰਸਟੈਡ ਆਫ ਸਿਟਿੰਗ ਫ੍ਰੀ ਐਟ ਹੋਮ ਕਿਉਂ ਨਾ ਆਪਾਂ ਇਦਾਂ ਆਪਣੀ ਆਡੀਅנס ਨਾਲ ਜੁੜੀਏ ਤੇ ਇਦਾਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਜਾਵੇ। ਤੇ ਉਹਦੀ ਇੱਕ ਲਾਈਨ ਹੈ ਜਿਹੜੀ ਕਿ ਬਹੁਤ ਵਧੀਆ ਹੈਗੀ, ਉਹ ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ ਜੀ। ਮੈਨੂੰ ਛੇਤੀ ਛੇਤੀ ਮਿਲ ਢੋਲਣਾ, ਮੈਂ ਤੇ ਠੀਕ ਨਹੀਂ ਆ ਤੇਰੇ ਬਿਨ, ਸੋਚਿਆ ਸੀ ਕੀ ਤੇ ਕੀ ਹੋ ਗਿਆ ਏ ਸਾਡੀ ਵਾਰੀ, ਰੱਬ ਸੌ ਗਿਆ ਏ ਕਰੀਏ ਕੀ ਕਿੱਥੇ ਜਾਈਏ ਕਿਹਦੇ ਕੋਲੋਂ ਮੰਗੀਏ ਦੁਆ, ਸੋਚਿਆ ਸੀ ਕੀ ਤੇ ਕੀ ਹੋ ਗਿਆ ਏ ਸਾਡੀ ਵਾਰੀ, ਰੱਬ ਸੌ ਗਿਆ ਏ ਕਰੀਏ ਕੀ ਕਿੱਥੇ ਜਾਈਏ ਕਿਹਦੇ ਕੋਲੋਂ ਮੰਗੀਏ ਦੁਆ, ਮੈਨੂੰ ਦਿਨੇ ਹਨੇਰਾ ਦਿਸਦਾ ਏ ਚਾਨਣ ਜੇ ਤੇਰੇ ਚਿਹਰੇ ਬਿਨ, ਮੈਨੂੰ ਛੇਤੀ ਛੇਤੀ ਮਿਲ ਢੋਲਣਾ, ਮੈਂ ਤੇ ਠੀਕ ਨਹੀਂ ਆ ਤੇਰੇ ਬਿਨ, ਮੈਨੂੰ ਛੇਤੀ ਛੇਤੀ ਮਿਲ ਢੋਲਣਾ, ਮੈਂ ਤੇ ਠੀਕ ਨਹੀਂ ਆ ਤੇਰੇ ਬਿਨ। ਵੈਰੀ ਨਾਈਸ। ਸੋ ਕਦੀ ਮੌਕਾ ਮਿਲੇਗਾ ਤੇ ਕੀ ਉਹਨਾਂ ਨਾਲ ਗਾਣਾ ਕਰਨਾ ਚਾਹੋਗੇ, ਜਾਨੀ ਬੀ ਪ੍ਰਾਕ ਨਾਲ? ਡੈਫੀਨਿਟਲੀ ਜੀ, ਡੈਫੀਨਿਟਲੀ। ਆਈ ਮੀਨ ਬੀ ਪ੍ਰਾਕ ਸਾਹਿਬ ਦਾ ਮਿਊਜ਼ਿਕ ਐਂਡ ਜਾਨੀ ਵੀਰ ਦੀ ਕਲਮ ਇਟਸ ਬਾ ਕਮਾਲ। ਸਾਨੂੰ ਤਾਂ ਕਹਿਣ ਦੀ ਲੋੜ ਨਹੀਂ, ਜਿੱਥੇ ਉਹਨਾਂ ਨੇ ਮਾਲਕ ਉਹਨਾਂ ਨੂੰ ਲੈ ਕੇ ਗਿਆ, ਮੈਂ ਕਹਿੰਦਾ ਉਹਨਾਂ ਨੂੰ ਹੋਰ ਤਰੱਕੀ ਦੇਵੇ, ਐਂਡ ਇਫ ਆਈ ਐਮ ਫੋਰਚੂਨੇਟ ਇਨਫ ਆਈ ਵੁੱਡ ਲਵ ਟੂ। ਹਾਂਜੀ। ਜੇ ਡ੍ਰੀਮ ਦੀ ਗੱਲ ਕਰੀਏ, ਡ੍ਰੀਮ ਪ੍ਰੋਜੈਕਟ ਜਿਹਨੂੰ ਕਹਿੰਦੇ ਆ, ਤੁਹਾਡਾ ਕੀ ਡ੍ਰੀਮ ਹੈ? ਕਿਸ ਸਿੰਗਰ ਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਆਉਣ ਵਾਲੇ ਟਾਈਮ 'ਚ? ਆਉਣ ਵਾਲੇ ਟਾਈਮ 'ਚ ਜੀ I would love to work with ਮਾਨ ਸਾਹਿਬ if I can, you know, ਕੰਨਾਂ ਨੂੰ ਹੱਥ ਲਾ ਕੇ ਅਸੀਂ ਕਹਿੰਦੇ ਕਿ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਬਰਾਬਰ ਵੀ ਨਹੀਂ ਹੈਗੇ, ਬਟ ਜਿਨ੍ਹਾਂ ਨੂੰ ਕਹਿ ਲਓ ਅਸੀਂ ਦੇਖ ਕੇ ਵੱਡੇ ਹੋਏ ਹਾਂ, not only his singing but you know the personality he is himself, like so down to earth, so humble, you know, ਇੰਨੇ ਦਹਾਕਿਆਂ ਤੋਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ,
ਤੇ ਆਈ ਊਡ ਲਵ ਟੂ ਵਰਕ ਵਿਦ ਹਿਮ ਲਾਈਕ ਦੈਟ ਵਿਲ ਬੀ ਅ ਬਲੈਸਿੰਗ ਫॉर ਮੀ ਅਗਰ ਮੈਨੂੰ ਕੋਈ ਗਾਣਾ ਉਹਨਾਂ ਨਾਲ ਕਰਨ ਦਾ ਮੌਕਾ ਮਿਲੇ। ਜੀ ਜੇ 뮤직 ਕਲਚਰ ਦੀ ਗੱਲ ਕਰੀਏ, ਤੁਸੀਂ ਗੁਰਦਾਸ ਮਾਨ ਜੀ ਦੀ ਗੱਲ ਕੀਤੀ, ਉਹਨਾਂ ਦੇ ਟਾਈਮ ਦਾ 뮤직 ਡਿਫਰੈਂਟ ਸੀ ਔਰ ਅੱਜ ਦਾ 뮤직 ਬਹੁਤ ਡਿਫਰੈਂਟ ਹੈ ਜੀ। ਸੋ ਤੁਹਾਡੀ ਲਾਈਕਿੰਗ ਕਿਸ 뮤직 ਵੱਲ ਹੈ? ਮੇਰੀ ਲਾਈਕਿੰਗ ਐਕਚੁਅਲੀ ਹੁਣ ਅੱਜ ਦੀ ਦੌਰ ਦੇ ਜਿਹੜੇ ਗਾਣੇ ਹੈਗੇ ਜਿਹੜੇ ਆਪਾਂ ਸੁਣਦੇ ਹਾਂ, ਮਤਲਬ ਆਈ ਪਰਸਨਲੀ ਮੈਂ ਇਦਾਂ ਦੇ ਗਾਣੇ ਨਹੀਂ ਗਾਉਂਦਾ ਜਿੱਦਾਂ ਹਥਿਆਰਾਂ ਵਾਲੇ ਹੋ ਗਏ ਨਾ, ਬਟ ਜਿਹੜੇ ਗਾਉਂਦੇ ਆਈ ਡੋਂਟ ਸੇ ਐਨੀਥਿੰਗ ਟੂ them, ਉਹ ਉਹਨਾਂ ਦੀ ਚੋਇਸਿਸ ਹੈ। ਬਟ ਅਦਰਵਾਈਜ਼ I like to promote love songs, soft singing, but then again sound ਅੱਜ ਦੀ ਡੇਟ 'ਚ ਬਹੁਤ ਮੈਟਰ ਕਰਦਾ। ਜਿੱਦਾਂ ਅਸੀਂ ਬਾਦਸ਼ਾਹ ਦੇ, ਹਨੀ ਸਿੰਘ ਦੇ ਗਾਣੇ ਸੁਣਦੇ ਹਾਂ, ਉਹਨਾਂ ਦੀ ਯੂਨੀਕਨੈਸ ਹੁੰਦੀ ਹੈ, ਉਹਨਾਂ ਦਾ ਸਾਊਂਡ ਹੁੰਦਾ ਹੈ, there is one sound that they follow, ਤੇ ਉਸ ਚੀਜ਼ ਨੂੰ ਉਹ ਲੈ ਕੇ ਚੱਲਦੇ ਆ। ਜੇ ਗੱਲ ਕਰੀਏ ਬੀਇੰਗ ਅ ਯੂਥ, ਰਾਈਟ, ਤੁਸੀਂ ਕਿਹਾ ਕਿ ਮੈਂ ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰਦਾ ਜਾਂ ਮੈਂ ਉੱਦਾਂ ਦੇ ਗਾਣੇ ਨਹੀਂ ਗਾਉਂਦਾ ਜੀ, ਪਰ ਜੇ ਯੂਥ ਦੀ ਡਿਮਾਂਡ ਦੇਖੀਏ, ਯੂਥ ਅੱਜ ਕੱਲ੍ਹ ਉੱਦਾਂ ਦੇ ਗਾਣੇ ਸੁਣਨਾ ਪਸੰਦ ਕਰਦਾ ਹੈ ਜੀ। ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਮਤਲਬ ਇਹ ਚੇਂਜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਮੈਮ ਆਈ ਵੁੱਡ ਸੇ ਕਿ ਅਗਰ ਇਸ ਚੀਜ਼ ਵਿੱਚ ਚੇਂਜਸ ਲਿਆਣੇ ਹੈ ਤੇ ਇੱਕ ਇਟਸ ਨਾਟ ਓਨਲੀ ਕਿ ਲਿਸਨਰਸ ਨੂੰ ਇਸ ਚੀਜ਼ ਨੂੰ ਕਰਨਾ ਪਏਗਾ, ਇਸ ਚੀਜ਼ ਕਿ ਜਿਹੜੇ ਸਾਡੇ ਸਿੰਗਰਸ ਆ ਉਹਨਾਂ ਨੂੰ ਵੀ ਕਰਨਾ ਪਏਗਾ। ਬਟ ਦੈਨ ਅਗੇਨ ਅਗਰ ਡਿਮਾਂਡ ਆਉਂਦੀ ਹੈ, ਅਗਰ ਕੋਈ ਗਾਣਾ ਹਿੱਟ ਹੁੰਦਾ ਇੱਦਾਂ ਦਾ, ਤੇ ਫਿਰ ਓਬਵੀਅਸਲੀ ਨੈਕਸਟ ਵੀ ਉਹ ਉੱਦਾਂ ਦੇ ਐਕਸਪੈਕਟ ਕਰ ਰਹੀ ਹੁੰਦੀ ਆਡੀਅנס। ਸੋ ਇਟਸ ਜਸਟ ਕਿ ਇਹ ਪੈਰਲਲ ਚੱਲਦੀ ਹੈ ਚੀਜ਼। audience as well as the artist have to come together because ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਇਹ ਚੀਜ਼ਾਂ ਪ੍ਰਮੋਟ ਕੀਤੀਆਂ ਜਾਂਦੀਆਂ, ਮਤਲਬ ਇਹਨਾਂ ਦਾ ਵਿਰੋਧ ਵੀ ਕੀਤਾ ਜਾਂਦਾ, ਪਰ ਲੋਕੀ ਸੁਣਦੇ ਵੀ ਬਹੁਤ ਹੈ ਹਨਾ। ਜਿਹੜੇ ਮਤਲਬ ਆਈਵ ਸੀਨ ਪੀਪਲ ਜਿਹੜੇ ਵਿਰੋਧ ਕਰਦੇ ਉਹ ਸੁਣਦੇ ਵੀ। ਤੁਹਾਨੂੰ ਕੀ ਲੱਗਦਾ ਕੌਣ ਫਾਲਟ ਤੇ ਹੈ, ਜੋ ਗਾਣੇ ਲਿਖਦਾ ਹੈ ਜਾਂ ਜੋ ਗਾਣੇ ਗਾਉਂਦਾ ਹੈ? ਆਈ ਵੁੱਡ ਸੇ ਕੋਈ ਵੀ ਫਾਲਟ ਤੇ ਨਹੀਂ ਹੈ ਇੱਥੇ, ਇਟਸ ਜਸਟ ਮਾਈਂਡ ਸੈਟ ਹੈ। ਅਗਰ ਲਿਖਣ ਵਾਲਾ ਲਿਖੇਗਾ ਨਹੀਂ ਤੇ ਸੁਣੇਗਾ ਕਿੱਦਾਂ? ਅਗਰ ਸੁਣਨ ਵਾਲਾ ਡਿਮਾਂਡ ਨਹੀਂ ਕਰੇਗਾ ਤੇ ਲਿਖੂਗਾ ਕੌਣ? ਹਾਂਜੀ, ਇਸੇ ਗੱਲ ਤੇ ਮੈਨੂੰ ਇੱਕ ਮਾਨ ਸਾਹਿਬ ਦੇ ਗੀਤ ਦੀ ਲਾਈਨ ਆ ਗਈ, ਕਹਿੰਦੇ ਜੀ ਗੀਤਾਂ 'ਚ ਬੰਦੂਕ ਵੜ ਗਈ, ਕਿਸੇ ਚਿੱਠਿਆਂ ਦਾ ਕੀ ਕਰੀਏ। ਸੋ ਮਤਲਬ ਕਿਸੇ ਚਿੱਠੇ ਤਾਂ ਹੈ ਨਹੀਂ ਹੁਣ ਗਾਣਿਆਂ ਦੇ ਵਿੱਚ, ਲਾਈਕ ਇੱਕ ਸਟੋਰੀ ਲਾਈਨ ਹੁੰਦੀ ਹੈ ਜਾਂ ਮਤਲਬ ਜਿਹੜੇ ਪੁਰਾਣੇ ਸੌਂਗ ਸੀ। ਇਸ ਕਰਕੇ ਹੀ ਹੁਣ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਪੁਰਾਣੇ ਗਾਣੇ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ, ਬਿਕੋਜ਼ ਉਹਨਾਂ ਦੀ ਇੱਕ ਜਿਹੜੀ ਰਿਚਨੈਸ ਹੈ ਉਹ ਹੈਗੀ ਗਾਣਿਆਂ ਦੇ ਵਿੱਚ, ਇੱਕ ਮੀਨਿੰਗਫੁਲਨੈਸ ਹੈ। ਅੱਜ ਦੇ ਗਾਣੇ ਤੇ ਤਾਂ ਮਤਲਬ ਆਪਾਂ ਨੂੰ ਪਤਾ ਹੀ ਕੀ ਹੈ। ਹਾਂਜੀ, ਲੰਡਨ ਗਾਣੇ ਦੀ ਜੇ ਗੱਲ ਕਰੀਏ, ਉਹ ਗਾਣਾ ਸ਼ੂਟ ਕਿੱਥੇ ਹੋਇਆ? ਮੈਮ ਦੈਟ ਸੌਂਗ ਵਾਸ ਇੰਟਾਇਰਲੀ ਸ਼ਾਟ ਇਨ ਲੰਡਨ ਸ਼ਹਿਰ ਦੇ ਵਿੱਚ ਸ਼ੂਟ ਹੋਇਆ, ਤੇ ਸਾਡਾ ਅਰਾਊਂਡ 7 ਡੇਜ਼ ਦਾ ਟੂਰ ਸੀਗਾ, ਜਿਹਦੇ ਵਿੱਚੋਂ 4 ਦਿਨ ਅਸੀਂ ਸ਼ੂਟ ਕੀਤਾ। ਸੋ ਉੱਥੇ ਦੇ ਵਰਕ ਕਲਚਰ 'ਚ ਤੇ ਇੰਡੀਆ ਦੇ ਵਰਕ ਕਲਚਰ 'ਚ ਤੁਹਾਨੂੰ ਕੀ ਡਿਫਰੈਂਸ ਲੱਗਾ? ਤੁਸੀਂ ਇੱਥੇ ਵੀ ਗਾਣੇ ਸ਼ੂਟ ਕੀਤੇ ਹੈ, ਤੁਸੀਂ ਲੰਡਨ ਜਾ ਕੇ ਵੀ ਸ਼ੂਟ ਕੀਤਾ ਹੈ, ਟੈਕਨੋਲੋਜੀ 'ਚ ਕਿੰਨਾ ਫਰਕ ਲੱਗਾ? ਟੈਕਨੋਲੋਜੀ 'ਚ ਐਕਚੁਅਲੀ ਕਾਫੀ ਫਰਕ ਹੈ। ਮਤਲਬ ਮੈਂ ਸਿੰਸ ਮੇਰਾ ਗਾਣਾ ਹੁਣ ਆ ਚੁੱਕਾ, ਮੈਂ ਆਈ ਥਿੰਕ ਆਈ ਕੈਨ ਸ਼ੇਅਰ ਦਿਸ ਵਿਦ ਯੂ। ਲੰਡਨ ਗਾਣੇ ਦੇ ਵਿੱਚ ਇਨਕਲੂਡਿੰਗ ਮੀ ਐਂਡ ਮਾਈ ਮਾਡਲ, the model that worked with me, ਸੋ ਸਾਡਾ ਟੋਟਲ 3-4 ਬੰਦਿਆਂ ਦਾ ਕਰੂ ਸੀਗਾ। ਨਾਰਮਲੀ ਇੱਥੇ ਇੰਡੀਆ 'ਚ ਅਸੀਂ ਸ਼ੂਟ ਕਰਨਾ ਹੁੰਦਾ ਐਂਡ ਯੂ ਨੀਡ ਅ ਲੋਟ ਆਫ ਪੀਪਲ, 100-150 ਬੰਦੇ ਦਾ ਕਰੂ ਹੁੰਦਾ ਹੈ, ਇਨਕਲੂਡਿੰਗ ਲਾਈਟਮੈਨ, ਕੈਮਰਾਮੈਨ, ਮੇਕਅਪ ਮੈਨ ਐਂਡ ਐਵਰੀਥਿੰਗ। ਸੋ ਉੱਥੇ ਕਹਿ ਲਓ ਕਿ ਕਲਾਈਮੇਟ ਕਰਕੇ ਇੱਕ ਪੋਲੂਸ਼ਨ ਘੱਟ ਆ, ਐਂਡ ਪਲੱਸ ਉੱਥੇ ਬਹੁਤ ਈਜ਼ੀਲੀ ਤੁਹਾਨੂੰ ਮਤਲਬ ਅਸੀਂ ਇੱਦਾਂ ਲੋਕੇਸ਼ਨਸ ਹੀ ਇੱਦਾਂ ਦੀਆਂ ਚੁਣੀਆਂ ਸੀ ਜਿੱਥੇ ਸਾਨੂੰ ਮਤਲਬ ਰੋਕ ਟੋਕ ਨਾ ਹੋਵੇ, ਜਿੱਥੇ ਆਪਾਂ ਈਜ਼ੀਲੀ ਸ਼ੂਟ ਕਰ ਸਕਦੇ ਹਾਂ। ਇਹ ਗਾਣਾ ਤੁਸੀਂ ਰਿਲੀਜ਼ ਵੀ ਕੀਤਾ ਹੰਬਲ 뮤직 ਤੇ, ਗਿੱਪੀ ਗਰੇਵਾਲ ਦੀ 뮤직 ਕੰਪਨੀ ਤੇ। ਜੀ ਜੀ। ਗਿੱਪੀ ਨਾਲ ਤੁਹਾਡੀ ਕਦੀ ਮੁਲਾਕਾਤ ਹੋਈ? ਹਾਂਜੀ, ਇੱਕ ਵਾਰੀ ਜ਼ਰੂਰ ਹੋਈ ਸੀਗੀ, ਬਟ ਡਿਊਰਿੰਗ ਦਿਸ ਸੌਂਗ ਉਦੋਂ ਗਿੱਪੀ ਭਾਜੀ ਹੁਣੀ ਲੰਡਨ 'ਚ ਸੀਗੇ, ਉਹ ਸ਼ੂਟ ਕਰ ਰਹੇ ਸੀ ਆਪਣੀ ਫਿਲਮ ਦਾ, ਬਟ ਹਾਂਜੀ ਮੇਰੀ ਜ਼ਰੂਰ ਉਹਨਾਂ ਨਾਲ ਗੱਲ ਜ਼ਰੂਰ ਹੋਈ ਸੀ। ਸੋ ਕੀ ਕਹਿਣਾ ਚਾਹੋਗੇ ਗਿੱਪੀ ਗਰੇਵਾਲ ਦੇ ਬਾਰੇ, ਉਹਨਾਂ ਦੀ ਨੇਚਰ ਬਾਰੇ, ਜਾਂ ਕਿਹੋ ਜਿਹਾ ਲੱਗਾ ਤੁਹਾਨੂੰ ਉਹਨਾਂ ਨਾਲ ਗੱਲ ਕਰਕੇ? ਹਾਂਜੀ, ਬਹੁਤ ਵਧੀਆ ਲੱਗਾ ਜੀ। ਆਈ ਵੁੱਡ ਸੇ ਹੀ ਇਜ਼ ਅ ਵੈਰੀ ਨਾਈਸ ਹਿਊਮਨ ਬੀਇੰਗ, ਜਿਹੜੇ ਕਿ ਨਵੇਂ ਆਰਟਿਸਟ ਨੂੰ, ਮੇਰੇ ਵਰਗਿਆਂ ਨੂੰ ਮੌਕਾ ਦੇ ਰਹੇ ਅੱਗੇ ਆਉਣ ਦਾ, ਤੇ ਉਹਨਾਂ ਦੀ ਕੰਪਨੀ ਦਾ ਮੈਂ ਬਹੁਤ ਥੈਂਕਫੁਲ ਹਾਂ। ਪਾਨਾ ਭਾਜੀ, ਪਾਨਾ ਐਲ ਏ, ਜਿਹੜਾ ਉਹਨਾਂ ਦੀ ਹੰਬਲ 뮤직 ਨੂੰ ਰਨ ਕਰਦੇ, ਤੇ ਹਾਂਜੀ ਉਹਨਾਂ ਵੱਲੋਂ ਵੀ ਬਹੁਤ ਵਧੀਆ ਰਿਸਪੌਂਸ ਸੀਗਾ। ਲੰਡਨ ਗਾਣੇ ਤੋਂ ਬਹੁਤ ਜ਼ਿਆਦਾ ਐਪਰੀਸੀਏਸ਼ਨ ਵੀ ਤੁਹਾਨੂੰ ਮਿਲੀ ਹੈ, ਅਸੀਂ ਦੇਖਿਆ। ਉਹਦੀਆਂ 2 ਲਾਈਨਾਂ ਅਸੀਂ ਸੁਣਨਾ ਚਾਹਾਂਗੇ। ਜੀ ਸ਼ੋਰ। ਵਾਲਾਂ ਦੀਆਂ ਮਿੱਡੀਆਂ ਬਣਾਉਣ ਲੱਗ ਪਈ, ਇੰਗਲੈਂਡੀਆਂ ਤੇ ਪਰਚੇ ਕਰਾਉਣ ਲੱਗ ਪਈ, ਲੱਗੇ ਜਿਵੇਂ ਕਾਪਸ ਦੀ ਕਰੇ ਨੌਕਰੀ, ਜੇਲੀ ਡੱਕ ਤੇ ਹੁਸਨ ਸਰਕਾਰੇ, ਤੂੰ ਗੱਭਰੂ ਜੋਗੀ ਕਰਤੇ ਨੀ, ਲੰਡਨ ਦੀ ਏ 6 ਫੁੱਟੀ ਏ ਮਟਿਆਰੇ, ਤੂੰ ਗੱਭਰੂ ਜੋਗੀ ਕਰਤੇ ਨੀ, ਲੰਡਨ ਦੀ ਏ 6 ਫੁੱਟੀ ਏ ਮਟਿਆਰੇ। ਕੀ ਬਾਤ ਹੈ। ਅਸੀਂ ਦੇਖਿਆ ਤੁਸੀਂ ਯੂਐਸ 'ਚ ਵੀ ਰਹੇ ਹੋ, ਤੁਸੀਂ ਲੰਡਨ ਵੀ ਕੰਮ ਕੀਤਾ, ਤੁਸੀਂ ਇੰਡੀਆ 'ਚ ਵੀ ਰਹੇ ਹੋ ਜੀ। ਸੋ ਸਭ ਤੋਂ ਜ਼ਿਆਦਾ ਤੁਹਾਨੂੰ ਵਧੀਆ ਕਿੱਥੇ ਲੱਗਦਾ? ਦੇਖੋ ਜੀ, ਕਹਿ ਲਓ, ਕਹਿੰਦੇ ਨੇ ਕਿ ਇਨਸਾਨ ਜਿੱਥੇ ਮਰਜ਼ੀ ਘੁੰਮ ਲਵੇ, ਸਾਰਾ ਦਿਨ ਥੱਕ ਟੁੱਟ ਕੇ
ਜਾਂ ਖੁਸ਼ ਹੋ ਕੇ ਘਰ ਹੀ ਆਉਂਦਾ। ਘਰ ਹੀ ਆਉਂਦਾ। ਸੋ ਅਸੀਂ ਰਾਈਟ ਨਾਓ ਤਾਂ ਇੱਥੇ ਬੈਠੇ ਹਾਂ ਇੰਡੀਆ 'ਚ, ਤੋਂ ਇਹੀ ਆਪਣਾ ਘਰ ਹੈ। ਬਾਕੀ ਇੰਡੀਆ ਦੇ ਵਿੱਚ ਜੋ ਮੈਨੂੰ ਹਾਸਿਲ ਹੋਇਆ, ਮੈਂ ਤਾਲੀਮ ਲਿੱਤੀ ਮਿਊਜ਼ਿਕ ਦੀ, ਮੈਨੂੰ ਪਤਾ ਲੱਗਾ ਕਿ ਮੇਰਾ ਕਰੀਅਰ ਕਿਸ ਚੀਜ਼ 'ਚ ਬਣ ਸਕਦਾ ਹੈ, ਐਪਰੀਸੀਏਸ਼ਨ ਮਿਲੀ। ਸੋ ਆਈ ਵੁੱਡ ਸੇ ਇੰਡੀਆ ਇਜ਼ ਵੈਰੀ ਗੁੱਡ। ਤੋ ਇੰਡੀਆ ਦੇ ਵਿੱਚ ਮੈਂ ਕਰੰਟਲੀ ਰਹਿ ਰਿਹਾ ਹਾਂ ਜੀ। ਇਸ ਟਾਈਮ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਹੈ, ਜੀ ਬਹੁਤ ਜ਼ੋਰਾਂ ਸ਼ੋਰਾਂ ਤੇ ਸੰਘਰਸ਼ ਚੱਲ ਰਿਹਾ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਜੀ ਮੇਰਾ ਤਾਂ ਜੀ ਇਹੀ ਕਹਿਣਾ ਕਿ ਸਲੂਟ ਹੈ ਉਹਨਾਂ ਫਾਰਮਰਸ ਨੂੰ, ਐਂਡ ਸਪੈਸ਼ਲੀ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਗਵਾਈ। ਐਂਡ ਮੈਂ ਹੱਥ ਜੋੜ ਕੇ ਸਰਕਾਰ ਨੂੰ, ਇਸ ਸਮੇਂ ਦੀ ਸਰਕਾਰ ਨੂੰ ਜਿਹੜੀ ਸੈਂਟਰ 'ਚ ਬੈਠੀ, ਉਹਨਾਂ ਨੂੰ ਇਹੀ ਨਿਵੇਦਨ ਕਰਦਾ ਕਿ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਪਲੀਜ਼ ਪੂਰੀਆਂ ਕਰੋ। ਬਿਕੋਜ਼ ਇਹ ਓਨਲੀ ਹੁਣ ਇੱਕ ਕਿਸਾਨਾਂ ਦਾ ਮੁੱਦਾ ਨਹੀਂ ਰਿਹਾ। ਅਸੀਂ ਜਦੋਂ ਅੱਜ ਕੱਲ੍ਹ ਹੁਣ ਬਾਹਰ ਜਾਂਦੇ ਕਿਸੇ ਸ਼ਾਪ ਦੇ ਉੱਤੇ, ਲੋਕੀ ਅੱਕ ਕੇ ਕਹਿੰਦੇ ਯਾਰ ਕਿ ਪਤਾ ਨਹੀਂ ਕਦੋਂ ਕਿਸਾਨਾਂ ਦਾ ਰੌਲਾ ਖਤਮ ਹੋਊਗਾ। ਲੋਕਾਂ ਨੂੰ ਇਹ ਹੁਣ ਜਾਣਨ ਦੀ ਲੋੜ ਹੈ, ਜਾਣ ਵੀ ਚੁੱਕੇ ਲੋਕੀ ਕਿ ਇਹ ਇਕੱਲਾ ਹੁਣ ਕਿਸਾਨਾਂ ਦਾ ਰੌਲਾ ਨਹੀਂ ਰਿਹਾ। ਦਿਸ ਇਜ਼ ਹਾਈਲੀ ਗੋਇੰਗ ਟੂ ਅਫੈਕਟ ਦੀ ਇਕੋਨਮੀ। ਹੁਣ ਜਿਹੜੇ ਅਸੀਂ ਆਲਰੇਡੀ ਮਹਿੰਗਾਈ ਤੋਂ ਇੰਨੇ ਪਰੇਸ਼ਾਨ ਆ, ਉਹ ਮਹਿੰਗਾਈ ਤੁਸੀਂ ਦੇਖੋ ਫਿਰ ਬਾਅਦ ਚੋਂ ਕਿੱਥੇ ਚੱਲ ਜਾਣੀ ਜਦੋਂ ਇਹ ਸਾਰਾ ਕੁਝ ਪ੍ਰਾਈਵੇਟ ਹੋ ਜਾਣਾ। ਸੋ ਆਈ ਥਿੰਕ ਲੋਕਾਂ ਨੂੰ ਆਲਰੇਡੀ ਬਹੁਤ ਇਸ ਚੀਜ਼ ਬਾਰੇ ਪਤਾ, ਬਟ ਮੈਂ ਇਹੀ ਕਹੂੰਗਾ ਕਿ ਜੋ ਕਿਸਾਨ ਵੀਰ ਕਰ ਰਹੇ ਹੈ, ਅਸੀਂ ਹੱਥ ਬੰਨ੍ਹ ਕੇ ਉਹਨਾਂ ਦੇ ਨਾਲ ਖੜੇ ਰਵਾਂਗੇ। ਤੇ ਮੈਂ ਇਹੀ ਗੁਜ਼ਾਰਿਸ਼ ਕਰਦਾ, ਮੇਰੀ ਰੱਬ ਅੱਗੇ ਵੀ ਇਹੀ ਬੇਨਤੀ ਕਿ ਛੇਤੀ ਤੋਂ ਛੇਤੀ ਇਹਨਾਂ ਦੀ ਕਿਸਾਨਾਂ ਦੀ ਵੀਰਾਂ ਦੀ ਸੁਣੀ ਜਾਵੇ ਤੇ ਇਸ ਸਮੇਂ ਇਸ ਸਿਚੁਏਸ਼ਨ ਦਾ ਹੱਲ ਨਿਕਲੇ ਕੋਈ। ਇਸ ਅੰਦੋਲਨ ਤੇ ਤੁਸੀਂ ਵੀ ਗਾਣਾ ਕੱਢਿਆ ਹੈ, ਅਸੀਂ ਦੇਖਿਆ ਬਹੁਤ ਸਾਰੇ ਸਿੰਗਰਸ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ, ਬਹੁਤ ਸਾਰਿਆਂ ਨੇ ਗਾਣੇ ਵੀ ਕੱਢੇ ਔਰ ਤੁਸੀਂ ਵੀ ਕੱਢਿਆ ਜੀ। ਉਹਦੀਆਂ 2 ਲਾਈਨਾਂ ਜ਼ਰੂਰ ਅਸੀਂ ਸੁਣਨਾ ਚਾਹਾਂਗੇ ਜੀ। ਚੜ ਕੇ ਆ ਗਿਆ ਤੇਰੇ ਵੱਲ ਨੂੰ ਪੁੱਤ ਕਿਸਾਨ ਦਾ, ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਚੜ ਕੇ ਆ ਗਿਆ ਤੇਰੇ ਵੱਲ ਨੂੰ ਪੁੱਤ ਕਿਸਾਨ ਦਾ, ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਹੁਣ ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਇੱਕ ਲਾਈਨ ਮੈਂ ਹੋਰ ਜਿਹੜੀ ਐਡ ਕਰਨਾ ਚਾਹੁੰਦਾ ਕਿ ਜਿਹੜੇ ਕਿਸਾਨ ਵੀਰ ਉੱਥੇ ਬੈਠੇ ਆ, ਹੁਣ ਸਭ ਸਾਂਭ ਕੇ ਜਾਵਾਂਗੇ ਜੋ ਪਾਏ ਖਲਾਰੇ ਨੀ, ਕੰਨ ਖੋਲ ਕੇ ਸੁਣ ਲੈ ਤੂੰ ਦਿੱਲੀ ਸਰਕਾਰੇ ਨੀ। ਰਾਜ ਸਾਂਭ ਕੇ ਜਾਵਾਂਗੇ ਜੋ ਪਾਏ ਖਲਾਰੇ ਨੀ, ਕੰਨ ਖੋਲ ਕੇ ਸੁਣ ਲੈ ਤੂੰ ਦਿੱਲੀ ਸਰਕਾਰੇ ਨੀ। ਚੱਲਣ ਨਹੀਂ ਦੇਣਾ ਧੱਕਾ ਹੁਣ ਕਿਸੇ ਬੇਈਮਾਨ ਦਾ, ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਹੁਣ ਮੋੜ ਨਹੀਂ ਹੋਣਾ ਤੈਥੋਂ ਦਿੱਲੀਏ ਮੂੰਹ ਤੂਫਾਨ ਦਾ। ਇਦਾਂ ਦੇ ਗਾਣੇ ਗਾ ਕੇ ਖੁਦ ਨੂੰ ਕਿੰਨੀ ਮੋਟੀਵੇਸ਼ਨ ਮਿਲਦੀ ਹੈ? ਖੁਦ ਨੂੰ ਮੈਂ ਇਹ ਕਹਿ ਸਕਦਾ ਕਿ ਇਸ ਟਾਈਮ ਗਾਉਂਦਿਆਂ ਮਤਲਬ ਮੇਰੇ ਲੂਹ ਕੰਡੇ ਖੜੇ ਹੋ ਗਏ। ਦੈਟ ਇੱਕ ਐਨਰਜੀ ਅਲੱਗ ਮਿਲ ਜਾਂਦੀ, ਕਿਉਂਕਿ ਇੱਕ ਤੁਹਾਨੂੰ ਮਨੋਂ ਪਤਾ ਯਾਰ ਕਿ ਤੁਸੀਂ ਕੁਝ ਇਦਾਂ ਦਾ ਬੋਲ ਰਹੇ, ਤੁਹਾਡੀ ਜ਼ੁਬਾਨ 'ਚ ਕੁਝ ਇਦਾਂ ਦਾ ਨਿਕਲ ਰਿਹਾ ਜਿਹੜਾ ਕਿ ਮੋਟੀਵੇਟ ਕਰਦਾ, ਜਿਹੜਾ ਕਿ ਹੌਸਲਾ ਅਫਜ਼ਾਈ ਕਰਦਾ। ਸੋ ਇਸ ਗਾਣੇ ਨੂੰ ਜਦੋਂ ਮੈਂ ਈਵਨ ਸਟੂਡੀਓ 'ਚ ਡੱਬ ਕਰ ਰਿਹਾ ਸੀਗਾ, ਮਤਲਬ ਮੈਨੂੰ ਲਿਟਰਲੀ ਮੇਰੇ ਜਿਹੜੇ ਰਿਕਾਰਡਿਸਟ ਆ ਉਹ ਕਹਿ ਰਹੇ ਸੀ, ਕਹਿੰਦੇ ਭਾਜੀ ਐਨਰਜੀ ਲੈਵਲ ਬਹੁਤ ਜ਼ਿਆਦਾ ਜਾ ਰਿਹਾ, ਫ੍ਰੀਕੁਐਂਸੀ ਬਹੁਤ ਜ਼ਿਆਦਾ, ਮਤਲਬ ਆਵਾਜ਼ ਤੋਂ ਤੁਹਾਡੀ ਵੋਕਲ ਜਿਹੜੀ ਹੈ ਉਹ ਹੈਵੀ ਹੋ ਰਹੀ ਮਾਈਕ ਦੇ ਉੱਤੇ। ਸੋ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀਰ ਮੈਨੂੰ ਪਤਾ ਨਹੀਂ ਲੱਗ ਰਿਹਾ, ਬਿਕੋਜ਼ ਇਟਸ ਜਸਟ ਕਿ ਇਹ ਇਦਾਂ ਦੇ ਗਾਣੇ ਇਕੱਲੇ ਗਾਣੇ ਨਹੀਂ, ਜਜ਼ਬਾਤ ਹੁੰਦੇ ਤੁਹਾਡੇ। ਮੰਨਦੇ ਹੋ ਕਿ ਇਸ ਅੰਦੋਲਨ ਨੇ ਪੂਰੇ ਪੰਜਾਬ ਨੂੰ ਇਕੱਠਾ ਕਰਤਾ? ਜਿੱਥੇ ਸਿੰਗਰਸ ਦੀ ਲੜਾਈ ਚੱਲ ਰਹੀ ਸੀ, ਉਹ ਸਿੰਗਰਸ ਤੱਕ ਇਕੱਠੇ ਹੋ ਗਏ, ਇੱਕੋ ਸਟੇਜ ਸ਼ੇਅਰ ਕਰ ਰਹੇ ਨੇ। ਮੈਂ ਉਹੀ ਕਹਿਣਾ ਚਾਹੂੰਗਾ ਜੀ, ਇਸ ਅੰਦੋਲਨ ਨੇ ਪੂਰਾ ਆਈ ਵੁੱਡ ਸੇ ਪੰਜਾਬ ਨਹੀਂ ਪੂਰਾ ਦੇਸ਼ ਇਕੱਠਾ ਕਰਤਾ। ਤੁਸੀਂ ਦੇਖੋ ਤਾਮਿਲਨਾਡੂ, ਯੂਪੀ, ਬਿਹਾਰ, ਐਮਪੀ, ਮੈਂ ਕਹਿੰਦਾ ਆਲਮੋਸਟ ਸਾਰਾ ਇੰਡੀਆ ਜਿੱਥੇ ਵੀ ਖੇਤੀਬਾੜੀ ਹੁੰਦੀ ਹੈ, ਅੱਜ ਉਹ ਸਾਰਾ ਇਕਜੁੱਟ ਹੋ ਕੇ ਦਿੱਲੀ 'ਚ ਬੈਠਾ। ਤੇ ਉੱਥੇ ਵਾਹਿਗੁਰੂ ਮਹਾਰਾਜ ਦੀ ਇੰਨੀ ਕਿਰਪਾ, ਉੱਥੇ ਆਈ ਥਿੰਕ 3 ਜਾਂ 4 ਪੈਰ ਉੱਥੇ ਪਾਠ ਹੁੰਦਾ, ਠੀਕ ਹੈ, ਉੱਥੇ ਪੂਜਾ ਹੁੰਦੀ ਹੈ, ਉੱਥੇ ਜਿਹੜੇ ਆਪਣੇ ਸਾਡੇ ਮੁਸਲਮਾਨ ਭਰਾ ਉੱਥੇ ਆਪਣਾ ਨਮਾਜ਼ ਪੜ੍ਹਦੇ ਆ। ਸੋ ਇਸ ਤੋਂ ਵੱਡਾ ਪੀਸਫੁਲ ਪ੍ਰੋਟੈਸਟ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਦੇਖਿਆ ਆਪਣੀ, ਮਤਲਬ ਜਿੱਦਾਂ ਵੀ ਤੁਸੀਂ ਕਹਿ ਲਓ BBC ਦੇ ਉੱਤੇ ਐਵਰੀ ਵਰਲਡ ਕਵਰ ਕਰ ਰਿਹਾ ਇਹਨਾਂ ਨੂੰ। ਸੋ ਇਸ ਤੋਂ ਵੱਡਾ ਪੀਸਫੁਲ ਪ੍ਰੋਟੈਸਟ ਮੈਂ ਨਹੀਂ ਦੇਖਿਆ ਆਪਣੀ ਲਾਈਫ 'ਚ। ਪਰ ਕਿਤੇ ਨਾ ਕਿਤੇ ਕੁਝ ਐਂਟੀ ਸੋਸ਼ਲ ਐਲੀਮੈਂਟਸ ਇਸ ਨੂੰ ਖਰਾਬ ਕਰਨ ਤੇ ਲੱਗੇ ਹੋਏ ਨੇ ਜੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਇਹੀ ਕਹਿਣਾ ਚਾਹੂੰਗਾ ਜੀ, ਜਦੋਂ ਤੁਸੀਂ ਗੱਲ ਕੀਤੀ ਐਂਟੀ ਸੋਸ਼ਲ ਜਿਹੜੇ ਐਲੀਮੈਂਟਸ ਹੈਗੇ, ਆਈ ਵੁੱਡ ਸੇ ਦੇਅਰ ਜਸਟ ਉਹਨਾਂ ਨੂੰ ਇੱਕ ਮੌਕਾ ਲੱਭ ਪਿਆ ਕਿ ਸਾਨੂੰ ਪਬਲਿਸਿਟੀ ਮਿਲੇ, ਕਿ ਅਸੀਂ ਵੀ ਲਾਈਮਲਾਈਟ ਚਾਹੀਏ। ਸੋ ਉਹ ਵੀ ਵਿੱਚੋਂ ਥੈਂਕਫੁਲ ਹੋਣੇ ਕਿ ਪ੍ਰੋਟੈਸਟ ਹੋਏ, ਕਿ ਸਾਡੀ ਵੀ ਸੁਣੀ ਗਈ, ਭਾਵੇਂ ਉਹ ਗਲਤ ਕਹਿ ਰਹੇ ਹੈ, ਰਾਈਟ। ਸੋ
I would just say कि they're just wasting their time. ਬਾਕੀ ਜੋ ਸੱਚਾਈ ਹੈ ਉਹ ਜਨਤਾ ਦੇ ਮੂਹਰੇ ਆ ਹੀ ਜਾਂਦੀ ਹੈ ਕਿ ਕੌਣ ਸੱਚਾ ਬੀਇੰਗ ਅ ਯੂਥ ਕਿੰਨਾ ਕੁ ਗੁੱਸਾ ਚੜਦਾ ਜਦੋਂ ਇਦਾਂ ਦੀ ਚੀਜ਼ਾਂ ਪੜ੍ਹਦੇ ਹੋ ਜਾਂ ਪੰਜਾਬ ਬਾਰੇ ਇਦਾਂ ਕਿਹਾ ਜਾਂਦਾ ਹੈ ਜਾਂ ਉੱਥੇ ਫਾਰਮਰਸ ਜਿਹੜੇ ਕਿਸਾਨ ਸਾਡੇ ਅੰਦੋਲਨ ਕਰ ਰਹੇ ਉਹਨਾਂ ਬਾਰੇ ਇਦਾਂ ਬੋਲਿਆ ਜਾਂਦਾ ਹੈ, ਕੀ ਫੀਲ ਹੁੰਦਾ ਉਸ ਟਾਈਮ ਤੇ ਕਿ ਅਸੀਂ ਕਿਉਂ ਕੁਝ ਨਹੀਂ ਕਰ ਪਾ ਰਹੇ? ਮੈਮ ਉਹੀ ਗੱਲ ਹੈ ਕਿ ਜਿਹੜੇ ਇਦਾਂ ਬੋਲਦੇ ਆ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਪਤਾ ਨਹੀਂ ਕਿ ਕੀ ਇਹ ਬਿਲਸ ਹੈਗੇ ਆ ਕੀ ਨਹੀਂ ਹੈਗੇ, ਹਨਾ। ਤੁਸੀਂ ਦੇਖੋ ਅਸੀਂ ਹੁਣ ਅੱਜ ਦੀ ਡੇਟ 'ਚ ਮਹੀਨੇ ਤੋਂ ਉੱਤੇ ਹੋ ਗਿਆ ਕਿਸਾਨ ਉੱਥੇ ਬੈਠੇ, ਬਟ ਰਿਐਲਿਟੀ ਇਹ ਹੈ ਇਹ 100 ਦਿਨ ਤੋਂ ਦਾ ਚੱਲ ਰਿਹਾ ਜਿਹੜਾ ਅੰਦੋਲਨ ਹੈ, ਇਹ 100 ਦਿਨ ਤੋਂ ਚੱਲ ਰਿਹਾ। ਪਹਿਲਾਂ ਸਾਡੇ ਫਾਰਮਰਸ ਨੇ ਇੱਥੇ ਪੰਜਾਬ ਦੇ ਵਿੱਚ ਬਹਿ ਕੇ ਕਿੰਨੀਆਂ ਉਹਨਾਂ ਨੂੰ ਅਰਜ਼ੀਆਂ ਲਾਈਆਂ ਸਰਕਾਰ ਨੂੰ ਕਿ ਤੁਸੀਂ ਸਾਨੂੰ ਇਹ ਨਹੀਂ ਮਨਜ਼ੂਰ, ਇਸ 'ਚ ਕੁਝ ਕਰੋ, ਰਾਈਟ। ਉਹਨਾਂ ਦੀ ਨਹੀਂ ਸੁਣੀ ਗਈ ਤੇ ਫਿਰ ਕਹਿੰਦੇ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਅੱਤ ਤੇ ਖੁਦਾ ਦਾ ਵੈਰ ਹੁੰਦਾ, ਤੇ ਫਿਰ ਹੁਣ ਜਦੋਂ ਨਹੀਂ ਉਹਨਾਂ ਦੀ ਸੁਣੀ ਗਈ ਤੇ ਫਿਰ ਆਬਵੀਅਸਲੀ ਉਹਨਾਂ ਨੇ ਚੜ ਕੇ ਜਾਣਾ ਹੀ ਸੀ ਦਿੱਲੀ ਨੂੰ ਤੇ ਪਹੁੰਚ ਵੀ ਗਏ। ਔਰ ਬਹੁਤ ਸਾਰੇ ਕਿਸਾਨ ਉੱਥੇ ਸ਼ਹੀਦ ਵੀ ਹੋ ਰਹੇ ਨੇ, ਤਕਰੀਬਨ 60 ਦੇ ਨੇੜੇ ਤੇੜੇ ਕਿਸਾਨ ਉੱਥੇ ਸ਼ਹੀਦ ਹੋ ਚੁੱਕੇ ਨੇ। ਸੋ ਪਰ ਹਲੇ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ। ਉਹੀ ਮੈਮ ਜਿੱਦਾਂ ਤੁਸੀਂ ਕਿਹਾ ਕਿ ਕੀ ਰਿਐਕਸ਼ਨ ਆਉਂਦਾ, ਮਤਲਬ ਦਿਲ ਟੁੱਟਦਾ। ਬਾਕੀ ਜਿਹੜੇ ਤੁਸੀਂ ਸ਼ਹੀਦਾਂ ਦੀ ਗੱਲ ਕੀਤੀ, ਮੈਂ ਅੱਜ ਵੀ ਕਹਿ ਰਿਹਾ ਕਿ ਅੱਜ ਤੋਂ ਹੁਣ ਵੀ ਕਹੂੰਗਾ ਕਿ ਅੱਜ ਤੋਂ 20-25 ਸਾਲ ਬਾਅਦ ਜਦੋਂ 2020 ਨੂੰ ਜਾਂ 2021 ਨੂੰ ਯਾਦ ਕੀਤਾ ਜਾਊਗਾ, ਇਸ ਅੰਦੋਲਨ ਨੂੰ ਯਾਦ ਕੀਤਾ ਜਾਊਗਾ, ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਹੈ ਕਿ ਜਿਹੜੇ ਤਾਂ ਪਹਿਲੀ ਗੱਲ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ, ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਦੇਵੇ। ਤੇ ਇਹ ਜਿਹੜੀਆਂ ਇਹਨਾਂ ਦੀਆਂ ਸ਼ਹੀਦੀਆਂ ਇਹ ਇੱਦਾਂ ਹੀ ਨਹੀਂ ਜਾਣੀਆਂ, ਵਿਅਰਥ ਨਹੀਂ ਜਾਣੀਆਂ। ਇਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਇਨਸਾਫ ਮਿਲੂਗਾ। ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰੀਏ ਜੀ, ਜੇ ਤਾਂ ਸਿੰਗਰ ਉੱਥੇ ਜਾ ਰਿਹਾ ਹੈ ਜੀ ਤਾਂ ਕਿਹਾ ਜਾਂਦਾ ਹੈ ਕਿ ਇਹ ਪਬਲਿਸਿਟੀ ਭਾਲ ਰਿਹਾ, ਆਪਣੀ ਪ੍ਰਮੋਸ਼ਨ ਕਰ ਰਿਹਾ, ਪਰ ਜੇ ਸਿੰਗਰ ਉੱਥੇ ਨਹੀਂ ਪਹੁੰਚਦਾ ਕੋਈ, ਕਿਹਾ ਜਾਂਦਾ ਹੈ ਕਿ ਗਾਣਿਆਂ ਵਿੱਚ ਤਾਂ ਬਹੁਤ ਛੇਤੀ ਜ਼ਿਕਰ ਹੁੰਦਾ ਕਿਸਾਨਾਂ ਦਾ, ਖੇਤਾਂ ਦਾ, ਪਰ ਉੱਥੇ ਅੰਦੋਲਨ ਦਾ ਹਿੱਸਾ ਨਹੀਂ ਬਣ ਰਹੇ। ਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਦੋ ਡਿਫਰੈਂਟ ਓਪੀਨੀਅਨ ਇਸ ਟਾਈਮ ਤੇ ਚੱਲ ਰਹੇ ਨੇ? ਮੈਮ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੇ ਤਾਂ ਕਿਸਾਨ ਉੱਥੇ ਜਿਹੜੇ ਨਹੀਂ ਵੀ ਪਹੁੰਚ ਪਾ ਰਹੇ, ਕੋਈ ਆਮ ਬੰਦਾ ਵੀ ਨਹੀਂ ਪਹੁੰਚ ਪਾ ਰਿਹਾ, ਮਤਲਬ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਕਰ ਰਹੇ। ਹੁਣ ਜਿੱਦਾਂ ਮੈਂ ਉੱਥੇ ਨਹੀਂ ਹਾਲੇ ਪਹੁੰਚ ਪਾਇਆ, ਬਟ ਮੈਨੂੰ ਇਹ ਹੈ ਕਿ ਮੈਂ ਯਾਰ ਮੇਰਾ ਗਾਣਾ ਹੁਣ ਰਿਲੀਜ਼ ਹੋਏ ਨੂੰ ਆਲਮੋਸਟ ਮਹੀਨੇ ਤੋਂ ਉੱਤੇ ਹੋ ਚੁੱਕਾ ਜਿਹੜਾ ਕਿਸਾਨਾਂ ਦਾ। ਸੋ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ। ਉੱਥੇ ਜਿਹੜੇ ਈਵਨ ਜਿਹੜੇ ਉੱਥੇ ਮੇਨ ਉਹਨਾਂ ਦੇ ਹੈਗੇ ਕਿਸਾਨਾਂ ਦੇ, ਉਹ ਵੀ ਇਹੀ ਕਹਿੰਦੇ ਕਿ ਚਲੋ ਤੁਸੀਂ ਅਗਰ ਨਹੀਂ ਵੀ ਉੱਥੇ ਪਹੁੰਚ ਪਾਉਂਦੇ ਫॉर ਸਮ ਰੀਜ਼ਨ, ਤੁਸੀਂ ਕੁਛ ਨਾ ਕੁਛ ਕਰੋ ਜਿੱਥੇ ਉਹਨਾਂ ਦਾ ਯੋਗਦਾਨ ਪਵੇ। ਜਿੱਦਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ, ਹੈਸ਼ਟੈਗ ਚਲਾ ਸਕਦੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਨੋ ਫਾਰਮਰਸ ਨੋ ਫੂਡ। ਸੋ ਆਈ ਥਿੰਕ ਇਦਾਂ ਦੇ ਛੋਟੇ ਛੋਟੇ ਯੋਗਦਾਨ ਪਾਣੇ ਚਾਹੀਦੇ ਜੀ। ਸੋ ਜੇ ਫਿਊਚਰ ਪ੍ਰੋਜੈਕਟਸ ਦੀ ਹੁਣ ਗੱਲ ਕਰੀਏ, ਤੁਹਾਡੇ ਕਿਹੜੇ ਆਉਣ ਵਾਲੇ ਫਿਊਚਰ ਪ੍ਰੋਜੈਕਟਸ ਨੇ ਜੋ ਲਾਈਨਡ ਅਪ ਨੇ? ਜੀ ਫਿਊਚਰ ਪ੍ਰੋਜੈਕਟਸ ਮੈਮ ਕਾਫੀ ਹੈਗੇ ਆ। ਆਈ ਵੁੱਡ ਨਾਟ ਸ਼ੇਅਰ them right now, ਬਟ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜੀ ਆਪਣਾ ਹੋਪਫੁਲੀ ਆਪਾਂ ਇੱਥੇ ਹੀ ਮਿਲਾਂਗੇ ਮੈਮ ਦੇ ਨਾਲ। ਮੂਵੀਜ਼ 'ਚ ਟਰਾਈ ਕਰਨਾ ਚਾਹੋਗੇ? ਹਾਂਜੀ ਡੈਫੀਨਿਟਲੀ ਮੂਵੀਜ਼ 'ਚ ਵੀ ਜ਼ਰੂਰ ਟਰਾਈ ਕਰਨਾ ਚਾਹੂੰਗਾ ਇਫ ਆਈ ਗੈਟ ਦੀ ਓਪਰਚੁਨਿਟੀ। ਬਟ ਇਹ ਹੈ ਕਿ ਸਟੈਪ ਬਾਈ ਸਟੈਪ ਪਹਿਲਾਂ ਸਿੰਗਿੰਗ ਦੇ ਵਿੱਚ, ਫਿਰ ਕੀ ਡ੍ਰੀਮ ਕੀ ਹੈ, ਕਿਸ ਐਕਟਰ ਨਾਲ ਕੰਮ ਕਰਨਾ ਚਾਹੋਗੇ? ਕਿਸ ਐਕਟਰ ਦੇ ਨਾਲ? ਵਾਓ, ਮੈਂ ਹੁਣ ਜੇ ਦੱਸਣ ਦੇ ਅਗਰ ਲਿਸਟ ਬਹੁਤ ਲੰਬੀ ਹੈ। ਐਨੀ ਫੇਵਰਿਟ? I would love to work with Deepika Padukone, ਅਗਰ ਮਾਲਕ ਨੇ ਚਾਹਿਆ। ਹਾਂਜੀ ਜ਼ਰੂਰ। ਤੇ ਇੱਕ ਵਾਰੀ ਮੇਰਾ ਡ੍ਰੀਮ ਹੈ ਕਿ ਬੱਚਨ ਸਾਹਿਬ ਨੂੰ ਜ਼ਰੂਰ ਮਿਲਣਾ, ਮਤਲਬ ਭਾਵੇਂ ਕੰਮ ਪ੍ਰਤੀ ਮਿਲੀਏ ਜਾਂ ਉੱਦਾਂ ਮਿਲੀਏ, ਬਟ ਯਾਰ ਜ਼ਰੂਰ ਇੱਕ ਵਾਰੀ। ਹਾਂਜੀ। ਸੋ ਤੁਹਾਡਾ ਜੇ ਡੇਲੀ ਰੂਟੀਨ ਦੀ ਗੱਲ ਕਰੀਏ, ਤੁਹਾਡਾ ਡੇਲੀ ਰੂਟੀਨ ਕਿਸ ਤਰ੍ਹਾਂ ਰਹਿੰਦਾ ਹੈ? ਕਿੰਨਾ ਕੁ ਟਾਈਮ ਰਿਆਜ਼ ਨੂੰ ਦਿੰਦੇ ਹੋ? ਮੈਮ ਡੇਲੀ ਰੂਟੀਨ ਤਾਂ ਜਿਹੜਾ ਲੋਕਡਾਊਨ ਕਰਕੇ ਪਹਿਲਾਂ ਅਸੀਂ ਇੰਨੇ ਆਈ ਥਿੰਕ 7 to 8 ਮੰਥਸ ਕੰਪਲੀਟ ਲੋਕਡਾਊਨ ਦੇ ਵਿੱਚ ਰਹੇ ਹਾਂ ਕਿ ਜਿੱਦਾਂ ਘਰਾਂ 'ਚ ਬੰਦ, ਬਾਹਰ ਨਹੀਂ ਜਾ ਸਕਦੇ। ਸੋ ਉਦੋਂ ਤਾਂ ਆਈ ਵਾਸ ਕੰਪਲੀਟਲੀ ਮਤਲਬ ਡਿਵੋਟਿਡ ਟੂ ਮਿਊਜ਼ਿਕ। ਉਸ ਦੌਰਾਨ ਹੀ ਅਸੀਂ ਕਵਰਸ ਕੀਤੇ, ਉਸ ਦੌਰਾਨ ਹੀ ਅਸੀਂ ਇਹ ਆਈਡੀਆ ਸੋਚਿਆ ਕਿ ਆਪਣਾ ਹੁਣ ਜਿਹੜਾ ਲੰਡਨ ਵਾਲਾ ਗੀਤ ਅਸੀਂ ਬਣਾ ਕੇ ਰੱਖਿਆ ਹੋਇਆ ਇਹਨੂੰ ਰਿਲੀਜ਼ ਕੀਤਾ ਜਾਵੇ ਜੀ। ਸੋ ਥੈਂਕ ਯੂ ਸੋ ਮਚ ਫॉर ਕਮਿੰਗ ਇਨ ਆਰ ਸਟੂਡੀਓ ਐਂਡ ਥੈਂਕ ਯੂ ਸੋ ਮਚ ਜੀ। ਥੈਂਕ ਯੂ। See you soon. Thank you. All World Open Challenge 17-time gold medalist Mia Rafiq Mohammed, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मिया रफीक मोहम्मद। मोबाइल 84 374 94 647 84 374 94 648।